बिस्मिल्लाहिर्रहमानिर्रहीम अस्सलाम वालेकुम नाइम ब्रदर टीवी मुबारक जी ਤੁਹਾਡੀ ਖidmat 'ਚ ਹਾਜ਼ਰ ਅੱਜ ਪਾਰਟ 2 ਪੇਸ਼ ਕੀਤਾ ਜਾਏਗਾ। ਸਾਡੇ ਨਾਲ ਅਬਦੁਲ ਗਫੂਰ ਸਾਹਿਬ ਨੇ। ਉਹਨਾਂ ਨੇ ਦੱਸ ਰਹੇ ਸੀ ਕਿ ਮੈਂ ਜੇਲ੍ਹ ਦੇ ਵਿੱਚ ਰਿਹਾ ਔਰ ਬੜੀ ਤਕਲੀਫ ਸੀ। ਜੀ अस्सलाम वालेकुम। ਜੀ ਵਾਲੇਕੁਮ ਸਲਾਮ ਹਾਂਜੀ ਵਰਹਮਤੁल्लाह। ਮਿਹਰਬਾਨੀ ਸ਼ੁਕਰੀਆ। ਅੱਛਾ ਫਿਰ ਤੁਸੀਂ ਉੱਥੋਂ ਸ਼ੁਰੂ ਕਰੋ ਦੁਬਾਰਾ ਕਿ ਮੈਂ ਤੁਹਾਨੂੰ ਪੁੱਛਿਆ ਕਿ ਕਿੰਨੇ ਬੰਦੇ ਸੀ ਜੇਲ੍ਹ ਦੇ ਵਿੱਚ ਤੁਸੀਂ ਜੇਲ੍ਹ ਦੇ ਵਿੱਚ ਅਸੀਂ ਉਸ ਟਾਈਮ 13 ਜਣੇ ਸੀਗੇ। ਤੇ ਕਮਰਾ ਕਿੱਡਾ ਕੁ ਸੀ? ਕਮਰਾ ਜਿਹੜਾ ਕੁਦਰੀ ਦਾ ਲਾਕਅਪ ਸੀਗਾ ਉਹਦੇ ਵਿੱਚ ਤੇ ਇੰਨਾ ਖੇਗਾ ਸੀਗਾ ਕਿ ਅਸੀਂ ਖਲੋ ਵੀ ਸਕਦੇ ਸੀ ਤੇ ਬਹਿ ਵੀ ਸਕਦੇ ਸੀ। ਤੇ ਲੇਟਣ ਦਾ? ਲੇਟਣ ਦਾ ਬਸ ਇਹੀ ਹੈ ਕਿ ਲੇਟ ਲੁੱਟ ਜਾਂਦੇ ਸੀਗੇ। ਉਹ ਮਨ ਸਾਨੂੰ ਉਹ ਉੱਥੇ ਇੰਨੀ ਪ੍ਰੋਬਲਮ ਨਹੀਂ ਸੀ। ਉਮਰਕੋਟ ਜੇਲ੍ਹ ਉਹ ਵੀ ਥੋੜੀ ਖੁੱਲੀ ਸੀਗੀ। ਹੈਦਰਾਬਾਦ ਮੀਰਪੁਰ ਖਾਸ ਜੇਲ੍ਹ ਉਹ ਵੀ ਕਾਫੀ ਖੁੱਲੀ ਸੀ। ਨਹੀਂ ਤੁਹਾਨੂੰ ਮੁਖਤਲਿਫ ਜੇਲ੍ਹਾਂ 'ਚ ਲੈ ਕੇ ਜਾਂਦੇ ਰਹੇ ਹੋ? ਹਾਂ ਹਾਂ, ਸਾਨੂੰ ਪਹਿਲਾਂ ਕੁੰਦਰੀ ਲਾਕਅਪ ਤੋਂ ਚੁੱਕਿਆ, ਉਹਨਾਂ ਨੇ ਉਮਰਕੋਟ ਚੁੱਕਿਆ ਸਬ ਜੇਲ੍ਹ ਦੇ ਵਿੱਚ। ਅੱਛਾ। ਅਸੀਂ ਉੱਥੇ ਰਾਤ ਨੂੰ ਪਹੁੰਚੇ ਹਾਂ ਤੇ ਅਸੀਂ ਉਹ ਜੇਲਰ ਨੂੰ, ਜਿਹੜਾ ਉੱਥੇ ਪੁਲਿਸ ਵਾਲੇ ਸੰਤਰੀ ਹੁੰਦੇ ਨੇ, ਜੀ ਜੀ, ਉਹਨਾਂ ਨੂੰ ਆਖਿਆ ਕਿ ਯਾਰ ਕੋਈ ਪਾਣੀ ਸ਼ਾਣੀ ਪਿਆਓ, ਕੋਈ ਰੋਟੀ ਛੋਟੀ, ਭੁੱਖ ਲੱਗੀ ਹੈ ਸਾਨੂੰ ਬਹੁਤ ਜ਼ਿਆਦਾ। ਹਾਂਜੀ। ਤੇ ਸਾਨੂੰ ਅੱਛੀਆਂ ਖਾਸੀਆਂ ਗਾਲਾਂ ਕੱਢ ਕੇ ਕਹਿੰਦੇ, ਓਏ ਤੁਸੀਂ ਕੋਈ ਨਵਾਬ ਦੇ ਪੁੱਤਰ ਨਹੀਂ ਗਏ, ਅੱਛਾ। ਤੁਸੀਂ ਜੁਰਮ ਕਰਕੇ ਆਏ ਹੋ ਇੱਥੇ। ਜੁਰਮ ਕੋਈ ਵੀ ਨਹੀਂ? ਜੁਰਮ ਕੋਈ ਵੀ ਨਹੀਂ। ਜੁਰਮ ਆਈ ਹੈ ਕਿ ਬਈ ਅਸੀਂ ਮੁਸਲਮਾਨ ਹਾਂ ਤੇ ਕਲਮੇ ਤੇ ਈਮਾਨ ਰੱਖਦੇ ਹਾਂ, ਸਾਡਾ ਈਮਾਨ ਹੀ ਕਲਮਾ ਵੇ। ਉਹ ਖੈਰ ਜਨਾਬ, ਸਾਡੇ 'ਚ ਇੱਕ ਬੰਦਾ ਥੋੜਾ ਨਾ ਇਹਨਾਂ ਮਾਮਲਾਤ ਨੂੰ ਫੇਸ ਕਰਨਾ ਹੁੰਦਾ ਸੀਗਾ। ਠੀਕ। ਉਹਨੇ 50 ਰੁਪਏ ਦਿੱਤੇ ਉਹਨੂੰ, ਸੰਤਰੀ ਜੇ ਨੂੰ, ਕਿ ਯਾਰ ਕੁਛ ਪਾਣੀ ਸ਼ਾਣੀ ਤੇ ਕਮ ਸੇ ਕਮ ਲਿਆ ਕੇ ਦਿਓ, ਵਾਸ਼ਰੂਮ ਜਾਣਾ ਹੈ, ਕੋਈ ਇੱਧਰ ਉੱਧਰ ਕੋਈ ਪਾਣੀ ਪੀਣ ਵਾਸਤੇ, ਹੱਥ ਮੁੱਹ ਧੋਣਾ ਹੈ। ਮੈਨੂੰ ਯਾਦ ਹੈ 50 ਰੁਪਏ ਉਸ ਜ਼ਮਾਨੇ ਦੇ ਆਏ ਦੇ ਮੇਰੇ ਖਿਆਲ ਸ਼ਾਇਦ 1000 ਰੁਪਇਆ ਹੋਣਾ। ਆਹ ਹੋ ਸਕਦਾ ਉਹਨਾਂ ਨੇ ਜਨਾਬ ਜੀ ਜੀ ਜ਼ਿਆਦਾ ਹੋਣਾ ਉਸ 50 ਰੁਪਏ ਦੇ ਵਿੱਚ 2 ਪੀਪੇ ਪਾਣੀ ਦੇ ਉਹਨਾਂ ਨੇ ਸਾਨੂੰ ਲਿਆ ਦਿੱਤੇ। ਸਿਰਫ 2 ਪਤੀਲੇ? 2 ਪੀਪੇ, 3 ਨਹੀਂ ਹੁੰਦੇ ਆਪਣਾ? ਹਾਂਜੀ ਹਾਂਜੀ, ਘਿਓ ਵਾਲੇ ਸੀ। ਅੱਛਾ, 2 ਪਾਣੀ ਦੇ ਉਹ ਆ ਗਏ। ਹਾਂ, 2 ਪਾਣੀ ਦੇ ਆ ਗਏ। ਫਿਰ ਉਹਦੇ ਨਾਲ ਹੀ ਅਸੀਂ ਰਾਤ ਗੁਜ਼ਾਰਾ ਕੀਤਾ। ਅਗਲੇ ਦਿਨ ਰੋਟੀ ਸਾਨੂੰ ਮਿਲੀ 12 ਵਜੇ। ਹੁਣ ਸਮਝ ਨਾ ਆਵੇ ਕਿ ਇਹਦੇ ਚੋਂ ਰੇਤ ਕਿੱਦਾਂ ਕੱਢਣੀ ਹੈ। ਬਹਰਹਾਲ ਬੜੇ ਤਕਲੀਫ ਦੇ ਹਾਲਾਤ ਰਹੇ ਸਾਨੂੰ। ਉੱਥੋਂ ਫਿਰ ਮੀਰਪੁਰ ਖਾਸ ਲੈ ਗਏ। ਅੱਛਾ। ਮੀਰਪੁਰ ਖਾਸ ਦੀ ਜੇਲ੍ਹ ਬੜੀ ਸਾਫ਼ ਸੀਗੀ, ਬਹੁਤ ਸਾਫ਼ ਸੁਥਰੀ, ਲੇਕਿਨ ਖਾਣਾ ਇੰਤਹਾਈ ਨਾਕਸ। ਦੇਖੋ ਤੇ ਕੈਦੀ ਨਹੀਂ ਬਣਾਉਂਦੇ ਖਾਣਾ ਵੀ? ਨਹੀਂ, ਕੈਦੀ ਨਹੀਂ ਉੱਥੇ ਬਣਾ ਸਕਦੇ। ਕੈਦੀ ਨਹੀਂ, ਕੈਦੀਆਂ ਨੂੰ ਇਜਾਜ਼ਤ ਨਹੀਂ ਗੀ, ਚੁੱਲ੍ਹਾ ਜਲਾਉਣ ਦੀ ਇਜਾਜ਼ਤ ਨਹੀਂ ਗੀ। ਠੀਕ। ਹਾਂਜੀ। ਫਿਰ ਉੱਥੋਂ ਸਾਨੂੰ ਕੋਈ ਖਤ ਖੁੱਤ ਅਸੀਂ ਘਰਾਂ 'ਚ ਲਿਖੇ। ਜੀ ਜੀ। ਉਹਨਾਂ ਨੇ ਆਖਿਆ ਕਿ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਆਪਣੇ ਘਰਾਂ ਨੂੰ ਖਤ ਲਿਖੋ। ਜੀ ਜੀ। ਤੇ ਮੈਂ ਤੇ ਨਾ, ਕਿਉਂਕਿ ਮੈਂ ਮੇਰੇ ਵਾਲਿਦ ਸਾਹਿਬ ਫੌਤ ਹੋ ਗਏ ਸੀ। ਵੱਡਾ ਭਾਈ ਮੇਰਾ ਅਬਦੁਲ ਸ਼ਕੂਰ ਨਾਸਰ ਉਹਨਾਂ ਦਾ ਨਾਮ ਹੈ, ਉਹ ਜੇਲ੍ਹ ਸੀਗੇ। ਇੱਧਰੋਂ ਮੈਨੂੰ ਵੀ ਇਹਨਾਂ ਨੇ ਫੜ ਲਿਆ। ਅੱਛਾ, ਦੋਵੇਂ ਭਰਾ ਜੇਲ੍ਹ 'ਚ? ਹਾਂਜੀ, ਦੋਵੇਂ ਭਰਾ ਜੇਲ੍ਹ ਦੇ। ਜਿਹੜੀ 24 ਅਪ੍ਰੈਲ ਵਾਲੇ ਦਿਨ ਗੱਲ ਹੋਈ ਹੈ ਨਾ, ਮੈਂ ਬਸ ਉਸ ਦਿਨ ਮੈਨੂੰ ਵੱਡੇ ਭਾਈ ਦੀ ਗੱਲ ਮੈਨੂੰ ਨਹੀਂ ਭੁੱਲਦੀ। ਕਹਿੰਦਾ ਕਿ ਬੇਟਾ ਜਿਹੜੀ ਅੱਗੇ ਨੇ ਇਹਦੇ ਮੈਨੂੰ ਜਾ ਲੈਣ ਤੇ ਮੈਂ ਡਿਊਟੀਆਂ ਦਵਾਂਗਾ। ਨਹੀਂ, ਇੱਕੋ ਜੇਲ੍ਹ 'ਚ ਦੋਵੇਂ ਭਰਾ ਸੀ? ਨਹੀਂ ਜੀ, ਨਹੀਂ, ਉਹਨਾਂ ਨੂੰ ਮਿੱਠੀ ਜੇਲ੍ਹ 'ਚ ਰੱਖਿਆ ਸੀਗਾ ਤੇ ਮੈਨੂੰ ਦੂਸਰਾ ਹੈਦਰਾਬਾਦ ਲੈ ਗਏ ਸੀਗੇ। ਠੀਕ ਠੀਕ, ਹਾਂਜੀ। ਹੈਦਰਾਬਾਦ ਜੇਲ੍ਹ ਦਾ ਇੱਕ ਜਿਹੜਾ ਦਿਲਦੋਜ਼ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਜੀ ਜੀ, ਉਹ ਇਹ ਵੇ ਕਿ ਸਾਨੂੰ ਹੈਦਰਾਬਾਦ ਜੇਲ੍ਹ ਦੇ ਵਿੱਚ 5 ਜਣਿਆਂ ਨੂੰ ਇੱਕ ਕਮਰੇ 'ਚ ਰੱਖਦੇ ਸੀਗੇ। ਠੀਕ। ਮਤਲਬ 5 ਬੰਦੇ। ਜੀ ਜੀ। ਤੇ 3 ਬੰਦੇ ਇੱਕ ਕਮਰੇ 'ਚ ਰੱਖੇ ਸੀਗੇ। ਜੀ ਜੀ। ਤੁਸੀਂ, ਮੈਂ ਤੁਹਾਨੂੰ ਹੁਣ ਵੀ ਮੈਂ ਬੱਚਿਆਂ ਨੂੰ ਦੱਸਣਾ ਹੁੰਦਾ ਤੇ ਮੇਰੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਜੀ ਜੀ। ਕਿ 7 ਬਾਏ 9 ਦੀ ਇੱਕ ਕਮਰਾ, 7 ਬਾਏ 9। ਓਏ ਹੋਏ। ਸਾਡੇ ਇੱਕ ਜ਼ਰਾ ਲੰਮੇ ਕੱਦ ਸੀਗੇ ਬਜ਼ੁਰਗ, ਉਹ ਜਦੋਂ ਲੰਮੇ ਪੈਂਦੇ ਸੀ ਨਾ ਸਿੱਧੇ ਹੋ ਕੇ, ਜੀ ਜੀ, ਤੇ ਜਿਹੜਾ ਸਾਡੀਆਂ ਲੱਤਾਂ ਵੱਲ ਪਿਆ ਹੁੰਦਾ ਸੀ ਨਾ, ਜੀ ਜੀ, ਉਹ ਵਿਚਾਰਾ ਪ੍ਰੈਸ ਹੁੰਦਾ ਸੀ ਕੰਧ ਦੇ ਨਾਲ। ਅੱਛਾ। ਤੇ ਇੱਕ ਪਾਸੇ ਘੜਾ ਪਾਣੀ ਦਾ ਰੱਖਿਆ ਦਰਵਾਜ਼ੇ ਦੇ ਨਾਲ। ਜੀ ਜੀ। ਤੇ ਦੂਸਰੇ ਪਾਸੇ ਤੁਸੀਂ ਅੰਦਾਜ਼ਾ ਕਰੋ, ਕੋਈ 10 ਇੰਚੀ ਦਾ ਇੱਕ ਟੱਬ ਨਹੀਂ ਹੁੰਦਾ, ਪਲਾਸਟਿਕ ਦੇ ਟੱਬ ਹੁੰਦੇ ਨੇ ਪਾਕਿਸਤਾਨ ਦੇ ਵਿੱਚ, ਜੀ ਜੀ, ਉਹ ਰੱਖਿਆ ਹੋਇਆ। ਇਧਰੋਂ ਪਾਣੀ ਪੀਣਾ, ਪਿਸ਼ਾਬ ਪਖਾਨਾ ਕਰਨਾ, ਤੇ ਇਹ 5 ਜਣਿਆਂ ਨੇ ਉਹਦੇ ਵਿੱਚ ਹੀ ਕਰਨਾ। ਓਏ ਹੋਏ, ਮਤਲਬ ਕੋਈ ਇਨਸਾਨੀਅਤ ਨਹੀਂ। ਇਨਸਾਨੀਅਤ, ਤੋਬਾ ਤੋਬਾ ਤੋਬਾ। ਮੈਂ ਤੁਹਾਨੂੰ
ਕੋਈ ਸ਼ਾਇਦ ਕੋਈ ਦੁਨੀਆ 'ਚ ਵਾਕਫਕਾਰ ਹੋਵੇ ਜਿਹੜਾ ਜਾਣਦਾ ਹੋਵੇ, ਹੈਦਰਾਬਾਦ ਜੇਲ੍ਹ ਦੇ ਵਿੱਚ ਇੱਕ ਹੈਗਾ ਡਬਲ ਵਾਰਡ। ਜੀ ਜੀ ਉਹਦੇ ਵਿੱਚ ਰੱਖਦੇ ਹੀ ਇੰਤਹਾਈ ਜਿਹੜੇ ਸੰਗੀਨ ਮੁਜਰਮ ਨੇ ਨਾ, ਕੋਈ ਵੱਡੇ ਜਾਸੂਸ ਹੋ ਗਏ, ਕੋਈ ਟੈਰਰਿਸਟ ਹੋ ਗਏ, ਜੋ ਬੇਸ਼ੁਮਾਰ ਜਿਨ੍ਹਾਂ ਨੇ ਕਤਲ ਕੀਤੇ ਨੇ ਉਹ ਹੋ ਗਏ। ਜੀ ਜੀ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਰੱਖਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਚੱਕੀ ਪੀਣੀ ਪੈਂਦੀ ਹੈ, ਹਾਂ ਮਤਲਬ ਬਿਲਕੁਲ ਕਾਲ ਕੋਠੜੀ ਕਹ ਲੋ। ਜੀ ਜੀ ਉਹ ਚੀਜ਼ ਦੇ ਵਿੱਚ ਉਹਨਾਂ ਨੇ ਸਾਨੂੰ ਬੰਦ ਕੀਤਾ। ਅੱਛਾ ਹੁਣ ਸਾਡੇ ਅਮੀਰ ਸਾਹਿਬ ਉਦੋਂ ਸੀਗੇ 72 ਸਾਲ ਉਹਨਾਂ ਦੀ ਉਮਰ ਸੀਗੀ ਉਦੋਂ, ਜੀ ਜੀ ਤੇ ਇਸ ਕਮਰੇ ਦੇ ਸ਼ਾਮੀ 4 ਵਜੇ ਉਹਨਾਂ ਨੇ ਸਾਨੂੰ ਡੱਕ ਦੇਣਾ ਜੀ ਜੀ ਤੇ ਸਵੇਰ 8 ਵਜੇ ਉਹਨਾਂ ਨੇ ਸਾਨੂੰ ਕੱਢਣਾ। ਅੱਛਾ ਸ਼ਾਮੀ 4 ਤੋਂ 8 ਵਜੇ ਤੱਕ ਸਾਡੀ ਕੋਈ ਵੀ ਹਾਜਤ ਹੈ ਜੀ ਜੀ ਅਸਾਂ ਉਸੇ ਟੱਪ ਦੇ 'ਚ ਹੀ ਕਰਨੀ ਹੈ। ਬਹੁਤ ਤਕਲੀਫ ਦੇ ਮੰਜ਼ਰ। ਮੈਂ ਕਹਿੰਦਾ ਤਕਲੀਫ, ਇੱਕ ਵਾਰੀ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਪਿਸ਼ਾਬ ਦੀ ਹਾਜਤ ਹੋ ਗਈ, ਕੋਸ਼ਿਸ਼ ਕੀਤੀ ਬਹੁਤ ਕੰਟਰੋਲ ਕਰਨ ਦੀ। ਉਸ ਟਾਈਮ ਮੈਂ ਅੰਦਾਜ਼ਾ ਕੀਤਾ ਕਿ ਜਦੋਂ ਮੈਂ ਪਿਸ਼ਾਬ ਵਾਸਤੇ ਬੈਠਿਆ ਨਾ, ਮੈਂ ਆਪਣਾ ਜਿਹੜਾ ਇੱਕ ਨਾਲ ਲੰਮਾ ਬੈਠਾ ਸੀ ਨਾ, ਮੇਰੇ ਦੂਸਰੇ ਪਾਸੇ ਲੰਮਾ ਪਿਆ ਹੋਇਆ ਸੀਗਾ ਬੰਦਾ ਸਾਡੇ ਪੈਰਾਂ ਵੱਲ। ਜੀ ਜੀ ਮੈਂ ਯਕੀਨ ਕਰੋ ਕਿ ਉਹਦੇ ਪੈਰਾਂ ਤੇ ਬੈਠਾ ਵਾਂ ਤੇ ਅੱਗੇ ਪਿਸ਼ਾਬ ਕੀਤਾ, ਇੰਨੀ ਕੁ ਥਾਂ ਸੀਗੀ ਕੱਸ ਕੇ। ਇਹ ਮਤਲਬ ਇਹਦਾ ਮਤਲਬ ਹੈ ਸ਼ੁਰੂ ਤੋਂ ਹੀ ਹਾਲਾਤ ਜੇਲ੍ਹਾਂ ਦੇ ਖਰਾਬ ਹੀ ਨੇ ਪਾਕਿਸਤਾਨ 'ਚ। ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇਤਨਾ ਉੱਥੇ ਹੈਦਰਾਬਾਦ ਜੇਲ੍ਹ ਦੇ ਵਿੱਚ ਤੇ ਇਤਨਾ ਉਹਨਾਂ ਨੇ ਸਾਨੂੰ ਤੰਗ ਰੱਖਿਆ ਹੋਇਆ ਸੀ ਨਾ। ਅੱਛਾ ਕਿੰਨੀ ਦੇਰ ਰਹੇ ਉੱਥੇ ਤੁਸੀਂ? ਹੈਦਰਾਬਾਦ ਜੇਲ੍ਹ ਦੇ ਤਕਰੀਬਨ ਅਸੀਂ 20 ਦਿਨ ਰਹੇ ਹਾਂ ਉੱਥੇ। ਫਿਰ ਉੱਥੋਂ ਜਾਣ ਕੇ ਹੀ ਛੁੱਟੀ? ਬਸ ਉਹ ਅੱਲਾਹ ਤਾਲਾ ਦੀ ਕੋਈ ਮਿਹਰਬਾਨੀ ਹੋਈ, ਇੱਕ ਦਿਨ ਉਹ ਜੇਲਰ ਨੇ ਸਾਨੂੰ ਬੁਲਾਇਆ, ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ, ਜੇਲਰ ਨੇ ਸਾਨੂੰ ਬੁਲਾਇਆ, ਅਸੀਂ ਗਏ ਹਾਂ ਤੇ ਕਹਿੰਦੇ ਤੁਸੀਂ ਆਪਣੇ ਬਿਸਤਰ ਨਹੀਂ ਲੈ ਕੇ ਆਏ। ਅੱਛਾ ਤੇ ਬਈ ਕਾਹਦੇ ਵਾਸਤੇ? ਉਹਨੇ ਆਖਿਆ ਤੁਸੀਂ ਆਜ਼ਾਦ ਹੋ। ਹਾਂ ਹਾਂ ਹੁਣ ਉਹਨਾਂ ਨੇ ਤੇ ਇੱਕ ਅਚਾਨਕ ਆਜ਼ਾਦ ਕਹਿਤਾ। ਅਸਾਂ ਆਪਣੇ ਤੌਰ ਤੇ ਸੋਚਿਆ ਕਿ ਬਾਹਰ ਕੋਈ ਨਾ ਜ਼ਰੂਰ ਕੋਈ ਪੰਗਾ ਪੈਣਾ ਸਾਡੇ ਨਾਲ, ਸਾਨੂੰ ਕੁੱਟਣਗੇ, ਹੋਰ ਕੀ ਕਰਨਗੇ। ਹਾਂ ਹਾਂ ਮਤਲਬ ਪਹਿਲੇ ਤੁਹਾਨੂੰ ਫਿਕਰ ਪੈ ਗਈ? ਹਾਂ ਬਿਲਕੁਲ ਫਿਕਰ ਉਸ ਟਾਈਮ ਪੈ ਗਈ। ਤੇ ਅਸੀਂ ਆਏ ਹਾਂ ਅੰਦਰ ਵਾਪਸ ਤੇ ਸਾਰਾ ਸਮਾਨ ਆਪਣੇ ਕੈਦੀਆਂ 'ਚ ਵੰਡਿਆ। ਯਕੀਨ ਕਰੋ ਕੈਦੀ ਰੋਂਦੇ ਸੀਗੇ ਸਾਡੇ ਜਾਣ ਤੇ, ਕਹਿੰਦੇ ਸੀ ਯਾਰ ਇੱਕ ਰੂਹਾਂ ਆਈਆਂ ਸੀ ਕੈਦ ਦੇ ਵਿੱਚ। ਉਹਦੇ ਅੰਦਰ ਨਮਾਜ਼ ਸ਼ਮਾਜ਼ ਪੜ੍ਹਦੇ ਸੀ ਤੁਸੀਂ? ਦੇਖੋ ਜੀ 7 ਬਾਏ 9 ਦਾ ਕਮਰਾ ਸੀਗਾ ਜੀ ਜੀ ਇਹੀ ਸਾਡੀ ਮਸਜਿਦ ਸੀਗੀ, ਇਹੀ ਸਾਡਾ ਵਾਸ਼ਰੂਮ ਸੀਗਾ, ਇਹੀ ਸਾਡਾ ਡਾਈਨਿੰਗ ਹਾਲ ਸੀਗਾ, ਇਹੀ ਸਾਡਾ ਸਭ ਕੁਝ ਇਹੀ ਸੀਗਾ, ਕੁੱਲ ਜਾਇਦਾਦ। ਅੱਛਾ ਫਿਰ ਉੱਥੋਂ ਜਾਨ ਛੁੱਟ ਗਈ ਸੂ? ਹਾਂ ਫਿਰ ਉੱਥੋਂ ਜਾਨ ਛੁੱਟੀ ਹੈ। ਜੀ ਜੀ ਜਾਨ ਛੁੱਟ ਕੇ ਤੇ ਫਿਰ ਅਸੀਂ ਵਾਪਸ ਆਏ ਹਾਂ ਕੁੰਦਰੀ। ਜੀ ਜੀ ਤੇ ਮੈਂ ਇੱਕ ਆਪਣੀ ਵਾਲਦਾ ਦੇ ਸਾਲੇ ਸਵਾਬ ਵਾਸਤੇ ਮੈਂ ਇੱਕ ਛੋਟਾ ਨਾ ਵਾਕਿਆ ਜ਼ਰੂਰ ਮੈਂ ਸ਼ੇਅਰ ਕਰਾਂਗਾ। ਜੀ ਜੀ ਵੱਡੇ ਭੈਣ ਵੀ ਆ ਗਏ ਸੀਗੇ ਉਦੋਂ ਮੇਰੇ ਕੋਲ, ਵੱਡੇ ਭੈਣ ਆ ਗਏ ਉਦੋਂ ਜੇਲ੍ਹ ਦੇ ਵਿੱਚ, ਜੇਲ੍ਹ ਤੋਂ ਬਰੀ ਹੋ ਕੇ ਆ ਗਏ ਸੀਗੇ। ਜੀ ਜੀ ਤੇ ਮੈਂ ਘਰ ਜਿਸ ਤਰ੍ਹਾਂ ਗਿਆ ਵਾ ਨਾ, ਤੇ ਅੰਮੀ ਮੈਨੂੰ ਕਹਿੰਦੇ ਕਿ ਕੱਪੜਾ ਚੁੱਕ ਪਿੱਛੋਂ, ਕਮੀਜ਼ ਚੁੱਕ। ਜੀ ਜੀ ਮੈਂ ਕਮੀਜ਼ ਚੁੱਕੀ ਹੈ। ਮੈਂ ਕਿਹਾ ਅੰਮੀ ਕੀ ਹੋਇਆ? ਮੈਂ ਠੀਕ ਠਾਕ ਆ। ਨਹੀਂ ਤੈਨੂੰ ਮਾਰ ਪਈ ਹੈ। ਉਹ ਮੈਂ ਕਮੀਜ਼ ਚੁਕਾਇਆ ਤੇ ਮੇਰੇ ਨਿਸ਼ਾਨ ਉਸ ਟਾਈਮ ਥੋੜੇ ਹੀ ਸੀਗੇ, ਲੇਕਿਨ ਏਡੇ ਜ਼ਿਆਦਾ ਕੋਈ ਨਹੀਂ ਸੀਗੇ। ਜੀ ਜੀ ਮੈਂ ਅੰਮੀ ਨੂੰ ਆਖਿਆ, ਮੈਂ ਕਿਹਾ ਤੁਹਾਨੂੰ ਕੀ ਇਸ ਤਰ੍ਹਾਂ ਪਤਾ ਲੱਗਾ? ਸਾਡੇ ਵੱਡੇ ਬਾਜੀ ਨੇ ਇੱਥੇ ਅੱਜ ਕੱਲ੍ਹ ਲੰਦਨ ਹੀ ਹੁੰਦੇ ਨੇ। ਜੀ ਜੀ ਉਹ ਕਹਿੰਦੇ ਕਿ ਤਾਰੀਖ ਮੈਨੂੰ ਜ਼ਿਹਨ 'ਚ ਨਹੀਂ ਗਈ, ਕਹਿੰਦੇ ਫਲਾਂ ਟਾਈਮ ਫਲਾਂ ਡੇਟ ਅੰਮੀ ਜਾਨ ਕੁਰਾਨ ਕਰੀਮ ਪੜ੍ਹਨ ਦੇ ਤੇ ਯਕਦਮ ਇਹਨਾਂ ਨੂੰ ਹਿਚਕੀ ਲੱਗੀ ਹੈ ਤੇ ਬਹੁਤ ਜ਼ਿਆਦਾ ਰੋਏ ਨੇ। ਜੀ ਜੀ ਤੇ ਮੈਂ ਨੱਸ ਕੇ ਉਹਨਾਂ ਨੂੰ ਪਾਣੀ ਪਿਆਇਆ ਕਿ ਕਿਤੇ ਬੇਹੋਸ਼ ਨਾ ਹੋ ਜਾਣ। ਜੀ ਜੀ ਤੇ ਮੈਂ ਕਿਹਾ ਅੰਮੀ ਤੁਹਾਨੂੰ ਹੋਇਆ ਕੀ? ਇਹ ਹਲਾ ਕੇ ਪੁੱਛਿਆ, ਕਹਿੰਦੇ ਗਫੂਰ ਨੂੰ ਮਾਰ ਪੈ ਰਹੀ ਹੈ। ਉਹ ਐਗਜ਼ੈਕਟ ਉਹੀ ਟਾਈਮ ਸੀਗਾ, ਬਗੈਰ ਕਸੂਰ ਦੇ। ਅੱਛਾ ਮੈਂ ਪੈਰਾਂ ਭਾਰ ਬੈਠਾ ਹੋਇਆ ਦਿਨੇ ਥੋੜਾ ਨਾ ਬਾਹਰ ਨਿਕਲ ਕੇ, ਤੇ ਯਾਰ ਮੈਨੂੰ ਕੋਈ ਵਜ੍ਹਾ ਹੀ ਪੁੱਛੇ ਹੀ ਕੋਈ ਨਹੀਂ ਕਿ ਯਾਰ ਤੂੰ ਤੇਰਾ ਨਾਮ ਕੀ ਹੈ? ਠਾ ਪੈਣੀ ਸ਼ੁਰੂ ਹੋ ਗਈ। ਬਹਰਹਾਲ ਉਹੀ ਟਾਈਮ ਸੀਗਾ ਜਦੋਂ ਮੈਨੂੰ ਮਾਰ ਪੈਣ ਲਈ ਸੀ। ਤੁਹਾਨੂੰ ਕਿਸੇ ਅਦਾਲਤ 'ਚ ਪੇਸ਼ ਕੀਤਾ 20 ਦਿਨ ਤੁਸੀਂ ਰਹੇ ਜੇਲ੍ਹ 'ਚ? ਬਿਲਕੁਲ ਨਹੀਂ ਕਿਤੇ ਵੀ ਨਹੀਂ। हैदराबाद रहे हैं, मीरपुर रहे हैं, फिर उमरकोट रहे हैं,
ਕੋਈ ਜੱਜ ਸਾਨੂੰ ਨਹੀਂ, ਕਿਸੇ ਕੋਈ ਅਦਾਲਤ ਅਦਾਲਤ ਨਹੀਂ, ਕੋਈ ਚੀਜ਼ ਨਹੀਂ। ਕੱਖ ਵੀ ਨਹੀਂ। ਮਸਜਿਦ ਤੋਂ ਫੜਿਆ ਜੇਲ੍ਹ 'ਚ, ਅੱਛਾ। ਜੇਲ੍ਹ 'ਚ ਫੜਿਆ ਰੋਡ ਤੇ ਕਿ ਜਾਓ ਹੁਣ। ਹਾਂ ਹਾਂ। ਲੇਕਿਨ ਇਹ ਤੇ ਬੜੀ ਦਰਦਨਾਕ ਦਾਸਤਾਨ ਹੈ ਤੁਹਾਡੀ, ਸੁਣ ਕੇ ਮੈਨੂੰ ਖੁਦ ਤਕਲੀਫ ਹੋ ਰਹੀ ਹੈ। ਮਗਰ ਦੇਖੋ, ਕੋਈ ਕਾਇਦਾ ਨਹੀਂ, ਕੋਈ ਕਾਨੂੰਨ ਨਹੀਂ, ਕੋਈ ਵਜ੍ਹਾ ਨਹੀਂ, ਐਵੇਂ ਹੀ ਫੜ ਕੇ ਜੇਲ੍ਹ 'ਚ। ਤੇ ਜੇਲ੍ਹ ਦੀ ਜ਼ਿੰਦਗੀ ਜਿਹੜੀ ਹੈ ਉਹ ਤੇ ਬੜੀ ਖਤਰਨਾਕ ਹੈ ਪਾਕਿਸਤਾਨ 'ਚ, ਖੌਫਨਾਕ ਹੈ। ਮੈਂ ਬਾਰਕ ਜਵੇਦ ਸਾਹਿਬ, ਜੇ ਅਗਰ खुदा ਦੀ ਕਸਮ ਮੈਂ ਖਾ ਕੇ ਕਹਿਣਾ ਕਿ ਅਗਰ ਆ ਹਜ਼ਰਤ ਸੱਲੱਲਾਹੁ अलैहि वसल्लम ਦੇ ਦੌਰ ਤੇ ਅਗਰ ਉਹ ਵਾਕਿਆਤ ਨਾ ਸੁਣੇ ਹੁੰਦੇ, ਹਜ਼ਰਤ ਬਿਲਾਲ ਹਬਸ਼ੀ ਰਜ਼ੀ ਅੱਲਾਹ ਤਆਲਾ ਅਨਹੂ ਜੀ ਜੀ ਜਾਂ ਜੋ ਵੀ ਅਸੀਅਤਨਾਕ ਤਕਲੀਫਾਂ ਦਿੰਦੇ ਰਹੇ ਨੇ ਸਹਾਬਾ ਕਰਾਮ ਰਿਜ਼ਵਾनुल्लाह अलैहिम अजमईन ਨੂੰ, ਜੀ ਜੀ ਅਗਰ ਉਹ ਵਾਕਿਆਤ ਨਾ ਸੁਣੇ ਹੁੰਦੇ ਤੇ ਯਕੀਨ ਕਰੋ ਕਿ ਕੱਖ ਵੀ ਪੱਲੇ ਨਹੀਂ ਸੀ। ਉਹ ਵਾਕਿਆ ਸੀਗੇ, ਉਹ ਜਿਹੜੇ ਜ਼ੇਨ ਸਾਡੇ ਮਾਪਿਓ ਨੇ ਸਾਡੇ ਦਿਮਾਗਾਂ 'ਚ ਬਿਠਾਏ ਹੋਏ ਸੀਗੇ। ਉਹਨਾਂ ਹੌਸਲਾ ਦਿੱਤਾ, ਸਬਰ ਦਿੱਤਾ। ਉਹਨਾਂ ਨੇ ਸਬਰ ਦਾ ਹੌਸਲਾ ਦਿੱਤਾ ਤੇ ਸਬਰ ਕੀਤਾ। ਅੱਲਾਹ ਮੀਆਂ ਨੇ ਸਬਰ ਦਾ ਹੌਸਲਾ ਦਿੱਤਾ ਤੇ ਨਾਲ ਹੀ ਫਿਰ ਤਾਕਤ ਵੀ ਦਿੱਤੀ। ਜੀ ਜੀ ਤਾਕਤ ਵੀ ਦਿੱਤੀ ਹੈ। ਨਹੀਂ ਤੇ ਅਗਰ ਉਹ ਸਾਡੇ ਜ਼ੇਨਾਂ 'ਚੋਂ ਵਾਕਿਆਤ ਪੜ੍ਹੇ ਨਾ ਹੁੰਦੇ ਸਾਡੇ ਵੱਡਿਆਂ ਨੇ ਨਾ। ਅੱਛਾ, ਇਸ ਤੋਂ ਬਾਅਦ ਇਹ ਦੱਸੋ ਕਿ ਕਿੰਨੀ ਦੇਰ ਤੱਕ ਤੁਹਾਡੇ ਜ਼ਿਹਨ ਦੇ ਵਿੱਚ ਸਵਾਰ ਰਿਹਾ ਉਹ ਤਕਲੀਫ ਦੇ ਮੰਜ਼ਰ? ਮੇਰਾ ਹਾਲੇ ਤੱਕ ਹੈਗਾ। ਇਹ 1985 ਦੀ ਗੱਲ ਹੈ। ਹਾਂ, 1985 ਦੀ ਗੱਲ ਹੈ। ਹੁਣ ਵੀ ਮੈਂ ਕੁੰਦਰੀ ਕਦੀ ਕਿਤੇ ਬਜ਼ੁਰਗਾਂ ਨੂੰ ਫੋਨ ਕਰਾਂ ਜਾਂ ਆਪਣੇ ਦੋਸਤਾਂ ਨੂੰ ਫੋਨ ਕਰਾਂ ਤੇ ਹਾਲੀ ਤੱਕ ਦਿਮਾਗ ਦੇ ਅੰਦਰ ਉਹ ਨਹੀਂ ਭੁੱਲਦੀਆਂ ਗੱਲਾਂ। ਇਹ ਗੱਲ ਦਰੁਸਤ ਹੈ ਤੁਹਾਡੀ। ਅੱਛਾ, ਮੈਂ ਕਹਿੰਦਾ ਉਹਦਾ ਅਸਰ ਹੀ ਬਹੁਤ ਹੈ ਦਿਮਾਗ ਤੇ। ਜਿਹੜੇ ਬਜ਼ੁਰਗ ਸੀ ਉਹਨਾਂ ਦੇ ਵੀ ਹੌਸਲੇ ਬੁਲੰਦ ਸੀ ਉੱਥੇ ਜੇਲ੍ਹ 'ਚ। ਮੈਂ ਕਿ ਯਾਰ ਅੱਲਾਹ ਤਾਲਾ ਨੇ ਉਹਨਾਂ ਨੂੰ ਹੌਸਲੇ ਦਿੱਤੇ ਸੀ। ਮੈਨੂੰ ਹੁਣ ਮੈਂ ਬਾਪ ਬਣਿਆ ਵਾਂ, ਹੁਣ ਮੈਂ ਦਾਦਾ ਨਾਨਾ ਬਣਿਆ ਤੇ ਮੈਨੂੰ ਪਤਾ ਲੱਗਾ ਕਿ ਵੱਡਿਆਂ ਦੇ ਕੀ ਹੌਸਲੇ ਹੁੰਦੇ। ਜੀ ਜੀ ਉਹ ਕਿੰਨੀ ਕੁ ਤਕਲੀਫ ਬਰਦਾਸ਼ਤ ਕਰਕੇ ਵੀ ਕਹਿੰਦੇ ਨੇ ਕਿ ਨਹੀਂ ਯਾਰ ਬੱਚਿਆਂ ਨੂੰ ਜ਼ਰਾ ਹੌਸਲੇ ਚਾਹੀਦੇ। ਸਾਡੇ 72 ਸਾਲਾ ਮੀਰ ਸਾਹਿਬ, ਮੈਨੂੰ ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਅਤਾ ਕਰੇ। ਆਮੀਨ। ਯਾਰ ਇਸ ਖੁਰਲੀ ਦੇ ਵਿੱਚ ਬੰਦ ਰਹਿਣਾ ਕੋਈ ਕਿਸੇ ਇਨਸਾਨ ਦਾ ਕੰਮ ਹੈਗਾ? ਮੈਂ ਨਹੀਂ ਮੰਨਦਾ। ਨਹੀਂ, ਬਹੁਤ ਮੈਂ ਨਹੀਂ ਮੰਨਦਾ ਕਿ ਇਹ ਕਿਸੇ ਇਨਸਾਨ ਦਾ ਕੰਮ ਹੈਗਾ। ਕਿਸੇ ਗਾਂ ਮੱਝ ਨੂੰ ਵੀ ਰੱਖੋਗੇ ਨਾ ਤੇ ਉਹਨੇ ਵੀ ਕੁਛ ਨਾ ਕੁਛ ਤੇ ਯਾਰ ਆਖਰ ਇਨਸਾਨ ਕੁਛ ਨਾ ਕੁਛ ਤੇ ਉਹਦੀ ਹਾਜ਼ਤ ਹੋਣੀ ਹੈ ਨਾ। ਜੀ ਜੀ ਤੇ ਸਾਰੇ ਕੈਦੀ ਇਕੱਲੇ ਹਰ ਕਮਰੇ ਦੇ ਅੰਦਰ ਰਹੀ ਸੀਗਾ, ਲੇਕਿਨ ਸਾਰੇ ਕੈਦੀ ਇਕੱਲੇ ਸਾਨੂੰ 5-5 ਜਿਹੜੇ ਠੋਕਿਆ ਹੋਇਆ ਜੀ। ਅੱਛਾ, ਬੜੀ ਦਰਦਨਾਕ ਦਾਸਤਾਨ ਹੈ ਤੁਹਾਡੀ, ਹਕੀਕਤ ਤੇ ਉੱਥੇ ਹੀ ਹੈ। ਲੇਕਿਨ ਟਾਈਮ ਕਿਉਂਕਿ ख़त्म ਹੋ ਰਿਹਾ ਨਾਜ਼ਰੀਨ, ਦੇਖੋ ਇਨਸਾਨੀ ਹਕੂਕ ਵੀ ਕੋਈ ਚੀਜ਼ ਹੁੰਦੀ ਹੈ। ਹੁਣ ਇਹ ਵੀ ਨਾ ਬੰਦਾ ਕਰੇ ਕਿ ਲੋਕਾਂ ਨੂੰ ਮਜ਼ਹਬ ਦੇ ਨਾਮ ਦੇ ਉੱਤੇ ਨਿਸ਼ਾਨਾ ਬਣਾਇਆ ਜਾਏ ਔਰ ਜ਼ੁਲਮ ਦੀ ਇੰਤਹਾ ਕਰ ਦਿੱਤੀ ਜਾਏ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਤਕਲੀਫ ਦੇ ਟਾਈਮ ਸੀ ਲੇਕਿਨ ਫਿਰ ਵੀ ਹੌਸਲੇ ਬੁਲੰਦ ਰਹੇ। ਹੋਰ ਕੁਝ ਕਹਿਣਾ ਚਾਹੋਗੇ? ਕੋਈ ਮੁਖਤਸਰ ਜਿਹਾ ਮੈਸੇਜ ਸਾਡੇ ਨਾਜ਼ਰੀਨ ਨੂੰ? ਮੈਸੇਜ ਮੁਖਤਸਰ ਜਿਹਾ ਹੀ ਹੈ ਕਿ ਦੇਖੋ ਜੀ, ਤਕਲੀਫ ਤੇ ਬਾਹਰ ਵਾਲੀ ਇੱਕ ਜਿੰਨੇ ਅੱਲਾ ਦੀ ਰਾਹ ਟੁਰਨਾ ਉਹਨੂੰ ਤਕਲੀਫ ਤੇ ਆਉਣੀ ਹੈ। ਜੀ ਜੀ ਸਿਰਫ ਇੰਨਾ ਵਾ ਕਿ ਹਜ਼ਰਤ ਮੁਸਲਿਮ ਔਰ ਰਜ਼ੀ ਅੱਲਾਹ ਤਾਲਾ ਨੂੰ ਦਾ ਸ਼ੇਰ ਜਿਹੜਾ ਨਾ, ਹੋ ਫਜ਼ਲ ਤੇਰਾ ਯਾਰਾ ਬਿਆ ਕੋਈ ਇਬਤਲਾ ਹੋ ਰਾਜ਼ੀ ਹੈ ਹਮ ਉਸੀ में जिसमें तेरी रजा हो। ਮਨ ਨਹੀਂ ਪਤਾ ਕਿਸ ਅੰਦਾਜ਼ ਦੇ ਨਾਲ ਉਹਨਾਂ ਬਜ਼ੁਰਗਾਂ ਨੇ ਪੜ੍ਹਿਆ ਸੀਗਾ, ਜਿਹੜਾ ਹਾਲੇ ਤੱਕ ਉਹਨਾਂ ਦੇ ਆਂਸੂ ਵੀ ਦਿਮਾਗ ਦੇ ਵਿੱਚ ਨੇ। ਜੀ ਜੀ ਤੇ ਸਾਰਾ ਪੂਰੀ ਹਕੀਕਤ ਸਾਡੇ ਵੱਡੇ ਭਾਣ ਵੀ ਸਾਨੂੰ ਬਹੁਤ ਜ਼ਿਆਦਾ ਹੀ ਸ਼ੇਰ ਸੁਣਾਉਂਦੇ ਹੁੰਦੇ ਸੀਗੇ ਜੀ ਜੀ ਕਿ ਤੁਹਾਨੂੰ ਹੌਸਲਾ ਦੇ ਸਕਦਾ ਹੈ ਸ਼ੇਰ, ਹੋ ਫਜ਼ਲ ਤੇਰਾ ਯਾਰਾ ਬਿਆ ਜੀ। ਕੋਈ ਇਬਤਲਾ ਹੋ। ਬਹੁਤ ਸ਼ੁਕਰੀਆ, ਥੈਂਕ ਯੂ। ਟਾਈਮ ਖਤਮ ਹੋ ਗਿਆ। ਬਹੁਤ ਨਵਾਜ਼ਿਸ਼ ਤੁਹਾਡੀ। ਨਾਜ਼ਰੀਨ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਜੁੜੇ ਰਹੋ ਨਾਇਮ ਟੀਵੀ ਦੇ ਨਾਲ। ਮਿਲਾਂਗੇ ਅਗਲੇ ਪ੍ਰੋਗਰਾਮ। ਅੱਲਾਹ ਹਾਫਿਜ਼ ਜੀ। अल्लाह हाफ़िज़ नासिर जी। अस्सलाम वालेकुम।